ਦਰਸ਼ਕ ਸਾਥੀਓ, ਅੱਜ ਆਪਾਂ ਇੱਕ ਬਹੁਤ ਹੀ ਭਖਦੇ ਮਸਲੇ 'ਤੇ ਗੱਲ ਕਰਨੀ ਹੈ। ਪੰਜਾਬ 'ਚ ਪਿਛਲੇ ਮਹੀਨੇ ਕੁ ਤੋਂ ਇੱਕ ਬੜਾ ਮਸਲਾ ਭਖਿਆ ਵੀ ਇੱਕ ਕੁੜੀ ਨੇ ਪੁਨਰ ਜਨਮ ਧਾਰਿਆ। ਪਹਿਲਾਂ ਜਿੱਥੇ ਜੰਮੀ ਸੀ ਉੱਥੇ ਉਹਦੀ ਮੌਤ ਹੋ ਗਈ। 3 ਕੁ ਮਹੀਨੇ ਪਤਾ ਨਹੀਂ ਕਿੱਥੇ ਰਹਿਣ ਤੋਂ ਬਾਅਦ ਪੰਜ ਗਰਾਈਆਂ ਸ਼ਾਇਦ ਪਿੰਡ ਹੈ ਜਿੱਥੇ ਉਹਨੇ ਮੁੜ ਕੇ ਦੁਬਾਰੇ ਜਨਮ ਲਿਆ ਅਤੇ ਉਹਨੂੰ ਬਹੁਤ ਜ਼ੋਰ ਸ਼ੋਰ ਨਾਲ ਮੀਡੀਆ ਪ੍ਰਚਾਰਨ ਲੱਗਾ। ਜਿਵੇਂ ਇਸ ਕੇਸ ਨੂੰ ਪ੍ਰਚਾਰਿਆ ਜਾ ਰਿਹਾ ਇਸੇ ਤਰ੍ਹਾਂ ਹਰਭਜਨ ਸਿੰਘ ਜਿਹੜਾ ਉਹ ਫੌਜੀ ਰੂਹ ਵਾਲਾ ਆਪਾਂ ਮਸਲਾ ਪਿਛਲੇ ਸਮੇਂ 'ਚ ਵੇਖਿਆ ਸੀ, ਉਹ ਵੀ ਇਵੇਂ ਹੀ ਪ੍ਰਚਾਰਿਆ ਗਿਆ ਸੀ ਅਤੇ ਇੰਨੀ ਵੱਡੀ ਪੱਧਰ 'ਤੇ ਉਹਦਾ ਇਦੋਂ ਵੀ ਕਈ ਗੁਣਾ ਵੱਡੀ ਪੱਧਰ 'ਤੇ ਪ੍ਰਚਾਰ ਹੋਇਆ ਸੀ। ਆਪਾਂ ਅੱਜ ਉਹਦੀ ਗੱਲ ਵੀ ਕਰਨੀ ਹੈ ਵੀ ਹਰਭਜਨ ਸਿੰਘ ਦੀ ਰੂਹ ਵਾਲਾ ਮਸਲਾ ਕਿਉਂ ਹੋਣੋਂ ਹਟਿਆ, ਹੁਣ ਛੁੱਟੀ ਕਿਉਂ ਨਹੀਂ ਆਉਂਦਾ, ਹੁਣ ਰੂਹ ਨੂੰ ਕੀ ਹੋ ਗਿਆ, ਇਹਦੀ ਗੱਲ ਵੀ ਆਪਾਂ ਕਰਨੀ ਹੈ। ਅਤੇ ਨਾਲ ਦੀ ਨਾਲ ਆਪਾਂ ਥੋੜ੍ਹਾ ਜਿਹਾ ਪਹਿਲਾਂ ਆਤਮਾ ਬਾਰੇ ਸਮਝ ਲਈਏ ਵੀ ਆਤਮਾ ਕੀ ਚੀਜ਼ ਹੈ, ਕਿੱਥੋਂ ਆਉਂਦੀ ਆ, ਕਿੱਥੇ ਜਾਂਦੀ ਆ, ਕੀ ਕਹਾਣੀ ਆ ਆਤਮਾ ਦੀ ਸਾਰੀ ਦੀ, ਇਹ ਜ਼ਰੂਰ ਸਮਝ ਲਈਏ। ਆਤਮਾ ਬਾਰੇ ਇੱਕ ਜ਼ਿਕਰ ਕੀਤਾ ਜਾਂਦਾ ਵੀ ਆਤਮਾ ਨਾ ਤਾਂ ਜੰਮਦੀ ਆ, ਨਾ ਮਰਦੀ ਆ, ਨਾ ਵੱਧਦੀ ਆ, ਨਾ ਘਟਦੀ ਆ, ਇਹ ਨਸ਼ਟ ਨਹੀਂ ਹੁੰਦੀ। ਇਹ ਸਿਰਫ ਆਪਦਾ ਕਿਸੇ ਜੀਵ ਦੇ ਵਿੱਚ ਦੀ ਹੋ ਕੇ ਕਈ ਢੰਗ ਤਰੀਕਿਆਂ ਦੇ ਨਾਲ ਦੁਬਾਰੇ ਮਨੁੱਖੀ ਜਨਮਾਂ ਲੈਂਦੀ ਹੈ, ਜਾਂ ਇਹ ਸੁਰਗ ਨਰਕ 'ਚ ਚਲੀ ਜਾਂਦੀ ਆ। ਪੱਕਾ ਹੀ ਸੁਰਗ 'ਚ ਜਾਵੜੇ ਤਾਂ ਪੱਕਾ ਹੀ ਖਹਿੜਾ ਛੁੱਟ ਜਾਂਦਾ ਦਾ ਕਿਸੇ ਜੂਨੀ 'ਚ ਵੀ ਆਉਣ ਤੋਂ। ਜੇਕਰ ਇਹ ਕੋਈ ਉਹੋ ਜਿਹਾ ਕਰਮ ਕਰ ਲੇ, ਜਿਹੜੀ ਮਨੁੱਖ ਦੀ ਆਤਮਾ ਮਨੁੱਖ ਦੇ ਵਿੱਚ ਹੈ, ਉਹ ਮਨੁੱਖ ਕੋਈ ਕਰਮ ਕਰ ਲੇ ਤਾਂ 84 ਲੱਖ ਜੂਨਾਂ ਤੋਂ ਬਾਅਦ ਦੁਬਾਰੇ ਮਨੁੱਖੀ ਜਾਮੇ 'ਚ ਆਉਂਦਾ। ਇੱਕ ਧਾਰਨਾ ਤਾਂ ਇਹਦੀ ਇਹ ਹੈ। ਦੂਜੀ ਧਾਰਨਾ ਇਹ ਹੈ ਬਈ ਜਦੋਂ ਧਰਮਰਾਜ ਕੋਲੇ ਜਾਂਦਾ ਉੱਥੇ ਉਹਦਾ ਹਿਸਾਬ ਕਿਤਾਬ ਹੁੰਦਾ। ਹਿਸਾਬ ਕਿਤਾਬ ਤੋਂ ਬਾਅਦ ਜੇ ਤਾਂ ਉਹ ਚੰਗੇ ਕੰਮ ਕੀਤੇ ਆ ਤਾਂ ਉਹਨੂੰ ਸੁਰਗ ਮਿਲ ਜਾਂਦਾ, ਜੇ ਉਹਨੇ ਮਾੜੇ ਕੰਮ ਕੀਤੇ ਆ ਤਾਂ ਉਹਨੂੰ ਨਰਕ ਮਿਲ ਜਾਂਦਾ। ਇੱਕ ਧਾਰਨਾ ਇਹ ਵੀ ਨਰਕ 'ਚ ਰਹਿੰਦੀ ਆ ਉਹ ਸਾਰਾ, ਉਹ ਉਦੋਂ ਉੱਥੇ ਕਿਹੋ ਜਿਹੇ ਤਸੀਹੇ ਮਿਲਦੇ ਆ, ਕਿਵੇਂ ਉੱਥੇ ਕੜਾਹੇ ਉਬਲਦੇ ਆ, ਕਿਵੇਂ ਸਾਰਾ ਕੁਛ ਇਹ ਸਾਡੇ ਦਿਮਾਗ 'ਚ ਅਧਿਆਤਮਵਾਦੀਆਂ ਨੇ ਫਿੱਟ ਕੀਤਾ ਹੋਇਆ। ਇੱਕ ਇਹਦਾ ਅਗਲਾ ਪ੍ਰਚਾਰ ਕੀਤਾ ਜਾਂਦਾ ਵੀ ਇਹ ਭੂਤ ਪ੍ਰੇਤ ਵੀ ਬਣ ਜਾਂਦੀ ਆ, ਭਟਕਦੀ ਵੀ ਰਹਿੰਦੀ ਆ, ਇਹ ਕਦੇ ਕਿਸੇ ਨੂੰ ਚੁੰਬੜ ਗਈ, ਕਦੇ ਕਿਸੇ ਨੂੰ ਚੁੰਬੜ ਗਈ, ਕਦੇ ਕਿਸੇ ਨੂੰ ਚੁੰਬੜ ਗਈ। ਇੱਕ ਇਹਦਾ ਵਿਚਾਰ ਇਹ ਵੀ ਹੈ, ਮਤਲਬ ਇਹਦੇ ਕਈ ਵਿਚਾਰ ਆ। ਹੁਣ ਪਹਿਲੀ ਗੱਲ ਤਾਂ ਆਪਾਂ ਇਹਦਾ ਵਿਚਾਰ ਕਰ ਲਈਏ ਵੀ ਵੱਧਦੀ ਘਟਦੀ ਹੈਗੀ ਹੈ ਕਿ ਨਹੀਂ ਹੈਗੀ, ਜਾਂ ਇਹ ਕਦੇ ਵੀ ਦੋ ਆਤਮਾਵਾਂ ਕਿਸੇ 'ਚ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ। ਆਪਾਂ ਇਹਦਾ ਫੈਸਲਾ ਕਰ ਲਈਏ ਪਹਿਲਾਂ ਤਾਂ। ਸੰਨ 800 ਈਸਵੀ ਦੇ ਵਿੱਚ 800 ਈਸਵੀ 'ਚ ਸਾਰੇ ਸੰਸਾਰ ਦੀ ਆਬਾਦੀ 24 ਕਰੋੜ ਸੀ, ਸਿਰਫ 24 ਕਰੋੜ ਸਾਰੇ ਸੰਸਾਰ ਦੀ ਆਬਾਦੀ ਦੀ ਮੈਂ ਗੱਲ ਕਰਦਾ। 1650 ਈਸਵੀ 'ਚ ਇਹ ਆਬਾਦੀ 50 ਕਰੋੜ ਹੋ ਗਈ। 1804 ਈਸਵੀ 'ਚ ਇਹ ਆਬਾਦੀ ਵੱਧ ਕੇ 100 ਕਰੋੜ ਹੋ ਗਈ। ਸੁਣੀ ਚੱਲਿਓ ਨਾਲ ਦੀ ਨਾਲ। 2021 'ਚ ਇਹ ਆਬਾਦੀ ਵੱਧ ਕੇ 750 ਕਰੋੜ ਹੋ ਗਈ। 750 ਕਰੋੜ। ਜੇ ਆਪਾਂ 1804 ਵਾਲਾ ਹੀ ਲਾਈਏ ਵੀ ਉਦੋਂ 100 ਕਰੋੜ ਸੀ ਅਤੇ ਹੁਣ 750 ਕਰੋੜ ਹੋ ਗਈ, ਤਾਂ 650 ਕਰੋੜ ਆਤਮਾਵਾਂ ਕਿੱਥੋਂ ਆ ਗਈਆਂ, ਕਿਵੇਂ ਵੱਧ ਗਈਆਂ, ਕਿਵੇਂ ਘਟ ਗਈਆਂ, ਇਹ ਗੱਲ ਸਮਝੋ ਬਾਹਰ ਆ। ਇਹ ਸਾਨੂੰ ਸੋਚਣਾ ਪੈਣਾ ਹੈ ਵੀ ਕੀ ਇਹ ਵੱਧਦੀ ਹੈ, ਘਟਦੀ ਹੈ ਜਾਂ ਨਹੀਂ ਵੱਧਦੀ ਘਟਦੀ। ਅਗਲੀ ਇਹਦੀ ਆਪਾਂ ਗੱਲ ਕਰਦੇ ਹਾਂ ਵੀ ਕੀ ਆਤਮਾ ਨੂੰ ਪੈਦਾ ਕੀਤਾ ਜਾ ਸਕਦਾ, ਕੀ ਮਨੁੱਖ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਬਿਲਕੁਲ ਠੀਕ ਹੈ, ਪੈਦਾ ਕੀਤਾ ਜਾ ਸਕਦਾ। ਮਨੁੱਖ ਦੁਆਰਾ ਹੀ ਪੈਦਾ ਕੀਤਾ ਜਾ ਸਕਦਾ। ਬੰਦਿਆਂ ਦੇ ਕੁੜੀਆਂ ਦੇ ਰੂਪ 'ਚ ਪੈਦਾ ਕੀਤਾ ਜਾ ਸਕਦਾ, ਜਾਨਵਰਾਂ ਦੇ ਰੂਪ 'ਚ ਵੀ ਪੈਦਾ ਕੀਤਾ ਜਾ ਸਕਦਾ। ਕਿਵੇਂ? ਹੁਣ ਇੱਕ ਮੁਰਗੀ ਆ, ਮੁਰਗੀ ਦੀਆਂ ਆਤਮਾਵਾਂ ਤੁਸੀਂ ਜਿੰਨੀਆਂ ਮਰਜ਼ੀ ਵਧਾ ਲਓ। ਮੁਰਗੀ ਦੇ ਆਂਡੇ ਨੂੰ ਕਹਿੰਦੇ ਹੁੰਦੇ ਨੇ ਵੀ ਆਂਡਾ 2 ਕਿਸਮ ਦੀ ਪ੍ਰਤੀਕਿਰਿਆ ਕਰਦਾ। ਜੇ ਬਾਹਰੋਂ ਫੋਰਸ ਨਾਲ ਤੋੜ ਦਈਏ ਤਾਂ ਅੰਦਰਲੇ ਦੀ ਮੌਤ ਆ, ਜੇ ਅੰਦਰਲੀ ਫੋਰਸ ਦੇ ਨਾਲ ਉਹ ਬਾਹਰ ਆ ਜਾਏ ਤਾਂ ਅੰਦਰੋਂ ਉਹਦੀ ਆਤਮਾ ਬਾਹਰ ਆ ਜਾਂਦੀ। ਆਪਾਂ ਅੰਦਰਲੀ ਆਤਮਾ ਨੂੰ ਬਾਹਰ ਕੱਢਣਾ। ਬਾਹਰ ਕੱਢਣ ਵਾਸਤੇ ਆਪਾਂ ਕੀ ਕਰਦੇ ਹਾਂ, ਜਦੋਂ ਕੋਈ ਮੁਰਗੀ ਬੱਚੇ ਪੈਦਾ ਕਰਨ ਵਾਸਤੇ ਉਹਨੂੰ ਸੇਵਾ ਮੰਗਦੀ ਕਹਿ ਦਿੰਦੇ ਆ ਪੰਜਾਬੀ 'ਚ ਆਮ ਕਰਕੇ, ਵੀ ਮੁਰਗੀ ਸੇਵਾ ਮੰਗਦੀ ਆ। ਉਹਦੇ ਤੋਂ ਥੱਲੇ ਤੁਸੀਂ 20 ਆਂਡੇ ਰੱਖ ਦਿਓ, ਉਹਦੇ ਥੱਲੇ ਤੁਸੀਂ 10 ਰੱਖ ਦਿਓ, ਉਹਦੇ ਥੱਲੇ ਤੁਸੀਂ 1 ਰੱਖ ਦਿਓ, ਉਹਦੇ ਥੱਲੇ ਤੁਸੀਂ ਜਿੰਨੇ ਮਰਜ਼ੀ ਆਂਡੇ ਰੱਖ ਦਿਓ, ਉਨੀਆਂ ਆਤਮਾਵਾਂ ਉਹਦੇ 'ਚੋਂ ਪੈਦਾ ਹੋ ਜਾਣੀਆਂ। ਅਤੇ ਹੁਣ ਮੁਰਗੀਆਂ ਦੀ ਵੀ ਨਹੀਂ ਲੋੜ,
ਤੇ ਨਾ ਹੀ ਸੇਵਾ ਮੰਗਣ ਦੀ ਮੁਰਗੀ ਨੂੰ ਲੋੜ ਹੈ। ਹੁਣ ਤਾਂ ਤੁਸੀਂ ਬਰੈਲਰ ਪੈਦਾ ਕਰਨੇ ਆ, ਤੁਸੀਂ ਮੁਰਗੇ ਪੈਦਾ ਇਕੱਲੇ ਕਰਨੇ ਆ, ਤੁਸੀਂ ਇਕੱਲੀਆਂ ਮੁਰਗੀਆਂ ਪੈਦਾ ਕਰਨੀਆਂ, ਤੁਸੀਂ ਕੀ ਪੈਦਾ ਕਰਨਾ ਉਹ ਸਾਰਾ ਕੁਝ ਵਿਗਿਆਨ ਨੇ ਸਿੱਖ ਲਿਆ। ਜਿੰਨੀਆਂ ਵੀ ਆਤਮਾਵਾਂ ਕਹੋ ਉਹ ਇਹਨਾਂ 'ਚੋਂ ਪੈਦਾ ਕੀਤੀਆਂ ਜਾ ਸਕਦੀਆਂ ਆਂਡਿਆਂ ਦੁਆਰਾ। ਹੁਣ ਆਪਾਂ ਆਉਂਦੇ ਹਾਂ ਮਨੁੱਖ 'ਤੇ, ਵੀ ਮਨੁੱਖ ਆਤਮਾ ਪੈਦਾ ਕਰ ਸਕਦਾ। ਅਸੀਂ ਆਪ ਖੁਦ, ਮੈਂ ਤੁਹਾਡੇ ਸਾਹਮਣੇ ਬੈਠਾ ਸੀ, 8 ਭੈਣ ਭਰਾ, 8। ਅੱਜ ਕੀ 8 ਭੈਣ ਭਰਾ ਕੋਈ ਹੈਗੇ ਆ? ਸਾਡੇ ਮਾਤਾ ਪਿਤਾ ਨੇ 8 ਆਤਮਾਵਾਂ ਪੈਦਾ ਕਰਤੀਆਂ, ਕਿਉਂਕਿ ਪਰਿਵਾਰ ਨਿਯੋਜਨ ਹੈ ਨਹੀਂ ਸੀ, ਨਾ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਸੀ, ਅਪਣਾਇਆ ਨਹੀਂ ਗਾ। ਅਸੀਂ ਪਰਿਵਾਰ ਨਿਯੋਜਨ ਅਪਣਾ ਲਿਆ। ਸਾਡੇ ਸਾਰਿਆਂ ਨੇ, ਕਿਸੇ ਦੇ ਬੱਚੇ 2 ਆ, ਕਿਸੇ ਦੇ 3 ਆ, ਮਤਲਬ ਸਾਰਿਆਂ ਦੇ ਸਾਡੇ 2-3 ਬੱਚੇ ਆ। ਕਿਉਂ? ਕਿਉਂਕਿ ਸਾਨੂੰ ਪਤਾ ਸੀ ਵੀ ਅਸੀਂ ਇੰਨੇ ਕੀ ਪਾਲ ਸਕਦੇ ਹਾਂ। ਚਾਈਨਾ ਦੇ ਵਿੱਚ ਇੱਕ ਹੀ ਆਤਮਾ ਪੈਦਾ ਹੁੰਦੀ ਸੀ 2 ਮਾਂ ਪਿਓ ਦੇ ਘਰੇ, ਦੂਜੀ ਆਤਮਾ ਪੈਦਾ ਹੀ ਨਹੀਂ ਸੀ ਹੋ ਸਕਦੀ। ਇਹਦਾ ਮਤਲਬ ਆ ਵੀ ਆਤਮਾ ਨੂੰ ਪੈਦਾ ਕਰਨ ਪਿੱਛੇ ਮਨੁੱਖ ਦਾ ਹੀ ਹੱਥ ਹੈ, ਉੱਪਰੋਂ ਲਿਖੇ ਦਾ ਕੋਈ ਹੱਥ ਨਹੀਂ ਗਾ। ਉੱਪਰੋਂ ਲਿਖੇ ਨੇ ਤਾਂ ਅਸੀਂ 8 ਲਿਖਤੇ ਸੀ ਉਦੋਂ, ਜਦੋਂ ਪਰਿਵਾਰ ਨਿਯੋਜਨ ਅਸੀਂ ਅਪਣਾ ਲਿਆ ਤੇ ਸਾਡੀ ਮਰਜ਼ੀ ਦੇ ਨਾਲ 2 ਜਾਂ 3 ਹੋ ਗਏ। ਇਹ ਤਾਂ ਹੈ ਗਿਣਤੀ ਨੂੰ ਵਧਾਉਣਾ ਘਟਾਉਣਾ ਆਤਮਾ ਦੀ ਨੂੰ, ਇਹ ਵਧਾ ਘਟਾ ਸਕਦੇ, ਇਹਦੇ 'ਚ ਕੋਈ ਰੌਲਾ ਨਹੀਂ ਗਾ। ਹੁਣ ਇੱਕ ਸਰੀਰ ਦੇ ਵਿੱਚ 2 ਆਤਮਾਵਾਂ, 10, 20, 50 ਆਤਮਾਵਾਂ ਹੋ ਸਕਦੀਆਂ ਇੱਕ ਮੌਕੇ 'ਤੇ, ਇਹ ਵੀ ਹੋ ਸਕਦੀਆਂ। ਤੁਸੀਂ ਗਡੋਇਆ ਲੈ ਲਓ, ਗਡੋਏ ਨੂੰ ਵਿਚਾਲਿਓਂ ਕੱਟ ਦਿਓ, ਵਿਚਾਲਿਓਂ ਕੱਟ ਦਿਓਗੇ ਤਾਂ ਦੋਵੇਂ ਪਾਸੇ ਦਾ ਗਡੋਆ ਜਿਉਂਦਾ ਰਹਿੰਦਾ। ਉਹਦੇ 'ਚ ਮੌਕੇ 'ਤੇ ਹੀ 2 ਆਤਮਾਵਾਂ ਪੈਦਾ ਹੋ ਗਈਆਂ, ਮੌਕੇ 'ਤੇ ਹੀ 2 ਆਤਮਾਵਾਂ ਪੈਦਾ ਹੋ ਗਈਆਂ। ਇੱਕ ਸਮੁੰਦਰ ਦੇ ਵਿੱਚ ਜੀਵ ਮਿਲਦਾ, ਸ਼ਾਇਦ ਉਹਦਾ ਨਾਂ ਸਪੰਜ ਆ, ਮੈਨੂੰ ਥੋੜ੍ਹਾ ਜਿਹਾ ਫਰਕ ਇਹਦੇ 'ਚ ਹੋ ਸਕਦਾ, ਸਪੰਜ ਹੈ। ਉਹਦੇ 10 ਟੁਕੜੇ ਕਰ ਦਿਓ, 10 ਜੀਵ ਹੈ, 20 ਟੁਕੜੇ ਕਰ ਦਿਓ, 20 ਜੀਵ ਹੈ, 50 ਟੁਕੜੇ ਕਰ ਦਿਓ, 50 ਜੀਵ ਹੈ। ਜਿੰਨੇ ਟੁਕੜੇ ਕਰ ਦਿਓਗੇ ਓਨੇ ਹੀ ਜੀਵ ਹੈ, ਉਹ ਅਮਰ ਆਤਮਾ ਹੈ, ਮਰਦ ਕੋਈ ਨਹੀਂ। ਜਿੰਨੇ ਜੀਵ, ਜਿੰਨੇ ਉਹਦੇ ਟੁਕੜੇ ਕਰ ਦਿਓਗੇ ਓਨੇ ਹੀ ਜੀਵ ਹੈ। ਸਾਡੇ ਕੋਲੇ ਮੋਹਣਾ ਅਤੇ ਸੋਹਣਾ 2, ਉਹਦੇ 'ਚ ਆਪਣੇ ਪਿੰਗਲਵਾੜੇ ਦੇ ਵਿੱਚ ਪਲੇ ਹੋਏ ਬੱਚੇ ਆ, ਉਹ ਬੱਚਾ ਇੱਕ ਹੈ, ਸਰੀਰ ਧੜ ਉਹਨਾਂ ਦਾ ਇੱਕ ਹੈ, ਪਰ ਧੜ ਤੋਂ ਉੱਪਰਲੇ ਹਿੱਸੇ 2 ਆ, ਮੋਹਣਾ ਅਤੇ ਸੋਹਣਾ। ਉਹਨਾਂ ਨੂੰ ਡਿਊਟੀ ਮਿਲੀ ਆ ਬਿਜਲੀ ਵਿਭਾਗ 'ਚ, ਪਿਛਲੇ ਸਮੇਂ 'ਚ ਆਪਾਂ ਸਾਰਿਆਂ ਨੇ ਵੇਖਿਆ। ਉਹਦਾ ਹੁਣ ਤੁਸੀਂ ਦੱਸੋਗੇ ਬਈ 2 ਆਤਮਾਵਾਂ ਉਹਦੇ 'ਚ ਇੱਕ ਆ, ਇਕੱਠੀਆਂ 2 ਆਤਮਾਵਾਂ ਕਿ ਇੱਕ ਆ? ਇਹ ਵੀ ਸਾਨੂੰ ਫੈਸਲਾ ਕਰਨਾ ਪਊਗਾ, ਕਿਉਂਕਿ ਸਿਰ 2 ਆ, ਦਿਮਾਗ 2 ਆ, ਗੱਲਾਂ ਬਾਤਾਂ ਅੱਡੋ ਅੱਡੀ ਕਰਦੇ ਆ, ਦੁੱਖ ਸੁੱਖ ਅੱਡੋ ਅੱਡੀ ਦਾ। ਇੱਕ ਲੱਤ ਦੀ ਤਕਲੀਫ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਬਈ ਤੁਹਾਨੂੰ ਤਕਲੀਫ, ਜੇ ਤੁਹਾਡੇ ਸੱਟ ਵੱਜਦੀ ਆ, ਤਕਲੀਫ ਕਿਹਨੂੰ ਹੁੰਦੀ ਆ? ਉਹਦੀ ਇੱਕ ਲੱਤ ਤੇ 2 ਬਾਹਾਂ ਦੀ ਤਕਲੀਫ ਮੋਹਣੇ ਨੂੰ ਹੁੰਦੀ ਆ, ਇੱਕ ਲੱਤ ਤੇ 2 ਬਾਹਾਂ ਦੀ ਤਕਲੀਫ ਸੋਹਣੇ ਨੂੰ ਹੁੰਦੀ ਆ। ਉਹ ਵੀ ਉਹਨਾਂ ਦਾ ਮਤਲਬ 2 ਆਤਮਾਵਾਂ ਵੱਖਰੀ ਵੱਖਰੀ ਮਹਿਸੂਸ ਕਰਦੀਆਂ, 2 ਆਤਮਾਵਾਂ ਇੱਕ 'ਚ ਵੜੀਆਂ ਫਿਰਦੀਆਂ। ਸੋਚਣ ਵਾਲੀ ਗੱਲ ਹੈ। ਹੁਣ ਅਗਲੀ ਆਤਮਾ ਦੀ ਗੱਲ ਆਪਾਂ ਕਰ ਲਈਏ। ਪਿਛਲੇ ਸਮੇਂ 'ਚ ਜਨਵਰੀ 22 ਦੇ ਪਹਿਲੇ ਹਫ਼ਤੇ ਇੱਕ ਆਪਰੇਸ਼ਨ ਹੋਇਆ ਸੀ। ਉਹ ਆਪਰੇਸ਼ਨ ਹੋਇਆ ਸੀਗਾ 57 ਸਾਲਾ ਡੇਵਿਡ ਬੈਨੇਟ ਦਾ, ਅਮਰੀਕਾ ਦੇ ਵਿੱਚ 7 ਘੰਟੇ ਆਪਰੇਸ਼ਨ ਚੱਲਿਆ। ਉਹਨੂੰ ਇਹੋ ਜਿਹੀਆਂ ਗੰਭੀਰ ਬਿਮਾਰੀਆਂ ਸੀ ਜਿਹਦੇ ਨਾਲ ਉਹ ਜਿਉਂਦਾ ਨਹੀਂ ਸੀ ਰਹਿ ਸਕਦਾ। ਉਹਨੂੰ ਕਿਹਾ ਵੀ ਤੇਰਾ ਦਿਲ ਵੀ ਖਰਾਬ ਆ, ਤੇਰੇ ਕਈ ਅੰਗ ਇਹੋ ਜਿਹੇ ਖਰਾਬ ਆ ਜਿਹੜੇ ਅੰਗਾਂ ਦੇ ਨਾਲ ਤੂੰ ਜਿਉਂਦਾ ਨਹੀਂ ਰਹਿ ਸਕਦਾ, ਪਰ ਤੇਰੇ 'ਤੇ ਇੱਕ ਤਜਰਬਾ ਅਸੀਂ ਕਰ ਸਕਦੇ ਹਾਂ। ਉਹ ਕਹਿੰਦਾ ਜੀ ਕੋਈ ਨਾ ਕਰੋ। ਉਹ ਕਹਿੰਦੇ ਵੀ ਅਸੀਂ ਸੂਰ ਦਾ ਦਿਲ ਲਾ ਕੇ ਤੇਰੇ 'ਤੇ ਤਜਰਬਾ ਕਰਨਾ ਵੀ ਸੂਰ ਦਾ ਦਿਲ ਬੰਦੇ ਦੇ ਲੱਗ ਸਕਦਾ, ਕਿੰਨਾ ਚਿਰ ਜਿਉਂਦਾ ਰਹਿ ਸਕਦਾ। ਉਹ ਕਹਿੰਦਾ ਜੀ ਕੋਈ ਗੱਲ ਨਹੀਂ। ਉਹਨੇ ਆਗਿਆ ਦੇ ਦਿੱਤੀ, ਕਿਉਂਕਿ ਬੰਦਾ ਸਿਆਣਾ ਸੀ। ਸਾਡੇ ਵਾਲੇ ਤਾਂ ਕਹਿਣਾ ਸੀ ਵੀ ਸੂਰ ਦਾ ਦਿਲ। ਅੱਛਾ, ਉਹਦੇ ਲਾਤਾ। ਜਦੋਂ ਸੂਰ ਦਾ ਦਿਲ ਲਾਇਆ ਤਾਂ ਮਾਰਚ ਦੇ ਪਹਿਲੇ ਹਫ਼ਤੇ, ਜਾਣੀ 2 ਮਹੀਨੇ ਉਹ ਬੰਦਾ ਜਿਉਂਦਾ ਰਿਹਾ। 2 ਮਹੀਨਿਆਂ ਬਾਅਦ ਮਾਰਚ ਦੇ ਪਹਿਲੇ ਹਫ਼ਤੇ ਉਹਦੀ ਮੌਤ ਹੋਈ ਹੈ। ਇਹ ਵੀ ਇਹ ਹੁਣ ਆਤਮਾ ਦਾ ਦੱਸੋ ਵੀ ਉਹਦੇ 'ਚ ਸੂਰ ਦੀ ਆਤਮਾ ਸੀ, ਉਹਦੇ 'ਚ ਡੇਵਿਡ ਬੈਨੇਟ ਦੀ ਆਤਮਾ ਸੀ। ਕਿਹਦੀ ਸੀ? ਡੇਵਿਡ ਬੈਨੇਟ ਦੀ ਤਾਂ ਆਪ ਨਾਲ ਚੱਲੀ ਸੀ, ਛੱਡ ਕੇ ਆਂਦੀ ਵੀ ਮੈਂ ਤਾਂ ਭੱਜਦੀ ਹਾਂ, ਪਰ ਸੂਰ ਦੀ ਆਤਮਾ ਨੇ ਉਹਨੂੰ ਬਚਾ ਲਿਆ। ਇੱਕ ਆਤਮਾ ਹੋਰ ਖਤਮ ਕਰਕੇ, ਸੂਰ ਦੀ ਆਤਮਾ ਨੂੰ ਖਤਮ ਕਰਕੇ, ਜਾਂ ਨਾ ਤਾਂ ਬੈਨੇਟ ਜਿਉਂਦਾ ਰੱਖਿਆ ਜਾ ਸਕਦਾ ਸੀ, ਜਾਂ ਬੈਨੇਟ ਨੂੰ ਮਾਰ ਕੇ ਸੂਰ ਜਿਉਂਦਾ ਰੱਖਿਆ ਜਾ ਸਕਦਾ ਸੀ। ਦੋਨਾਂ 'ਚੋਂ ਇੱਕ ਆਤਮਾ ਜਿਉਂਦੀ ਰਹਿਣੀ ਸੀ, ਇੱਕ ਆਤਮਾ ਜਿਉਂਗੀ। ਇੱਕ ਧਾਰਮਿਕ ਵੀ ਮੈਂ ਤੁਹਾਡੇ 'ਤੇ ਪ੍ਰਸ਼ਨ ਕਰਦੇ ਹਾਂ
शिवजी महाराज ने ਜਦੋਂ ਹਾਥੀ ਦਾ ਸਿਰ ਗਣੇਸ਼ ਜੀ ਦੇ ਲਾਇਆ, ਉਹਦੇ 'ਚ ਗਣੇਸ਼ ਦੀ ਆਤਮਾ ਸੀ, ਇੱਕ ਹਾਥੀ ਦੀ ਆਤਮਾ ਸੀ। ਉਹ ਵੀ ਦੋ ਆਤਮਾਵਾਂ ਦਾ ਸੁਮੇਲ ਹੋਇਆ, ਜਾਂ ਤਾਂ ਗਣੇਸ਼ ਦੀ ਆਤਮਾ ਉਹਦੇ 'ਚ ਰਹੂਗੀ ਜਾਂ ਹਾਥੀ ਦੀ ਰਹੂਗੀ। ਜੇਕਰ ਕਿਸੇ ਆਪਾਂ ਉਹ ਪ੍ਰਸ਼ਨ ਅਗਲਾ ਵੀ ਕਰ ਸਕਦੇ ਹਾਂ ਵੀ ਜੇ ਸਿਰ ਹੀ ਲਾਉਣਾ ਸੀ ਗਣੇਸ਼ ਦਾ ਵੀ ਲਾਇਆ ਜਾ ਸਕਦਾ ਸੀ, ਵੀ ਗਣੇਸ਼ ਦਾ ਸਿਰ ਵੀ ਕੋਲੇ ਹੀ ਪਿਆ ਹੋ ਕੱਟਿਆ ਵਾ, ਹਾਥੀ ਦਾ ਕਿਉਂ ਲਾਇਆ? ਇਹ ਵੀ ਇੱਕ ਪ੍ਰਸ਼ਨ ਕਰਨਾ ਬਣਦਾ। ਮਤਲਬ ਰੌਲਾ ਤਾਂ ਇਹ ਹੈ ਵੀ ਜਿੰਨੇ ਮਰਜ਼ੀ ਤੁਸੀਂ ਪ੍ਰਸ਼ਨ ਕਰ ਲਓ, ਪਰ ਜਿਹੜੀ ਇਹ ਆਤਮਾਵਾਂ ਦੀ ਗੱਲ ਹੈ, ਇਹਦੀ ਕਹਾਣੀ ਅੱਜ ਆਪਾਂ ਇੱਥੇ ਇੰਨੀ ਕੁ ਸਮਝ ਕੇ ਆਪਾਂ ਹੁਣ ਹਰਭਜਨ ਸਿੰਘ ਦੀ ਰੂਹ ਦੀ ਗੱਲ ਕਰਨੀ ਵੀ ਹਰਭਜਨ ਸਿੰਘ ਦੀ ਰੂਹ ਕਦੋਂ ਆਉਂਦੀ ਆ, ਕਿੱਥੇ ਆਉਂਦੀ ਆ, ਕਿਵੇਂ ਆਈ, ਕਿਵੇਂ ਖਤਮ ਹੋਈ, ਕੀ ਉਹ ਆਉਂਦੀ ਸੀ ਕਿ ਨਹੀਂ ਆਉਂਦੀ ਸੀ, ਉਹਦਾ ਮੈਂ ਸਾਰਾ ਤੁਹਾਨੂੰ ਜ਼ਿਕਰ ਕਰਨ ਲੱਗਾ। ਹਰਭਜਨ ਸਿੰਘ ਫੌਜੀ ਜਿਹਦਾ ਅਸੀਂ ਪਿਛਲੇ ਸਮੇਂ 'ਚ ਮੀਡੀਆ ਦੁਆਰਾ, ਜਿਵੇਂ ਅੱਜ ਉਹ ਕੁੜੀ ਦਾ ਕੇਸ ਚੱਕਿਆ ਵਾ ਮੀਡੀਆ ਨੇ, ਇਸੇ ਤਰ੍ਹਾਂ ਉਹ ਕੇਸ ਵੀ ਚੱਕਿਆ ਸੀ। ਇਸੇ ਤਰ੍ਹਾਂ ਜਿਵੇਂ ਉਹ ਕੁੜੀ ਦਾ ਪਿਓ ਤੇ ਉਹਦੇ ਜਿਹੜੇ ਵਹਿਮੀ ਉਹਦੇ ਨਾਲ ਜੁੜੇ ਹੋਏ ਕੁਝ ਹੋਰ ਲੋਕ ਆ, ਪਰਿਵਾਰ ਆ, ਉਹ ਜਿਵੇਂ ਜ਼ੋਰ ਸ਼ੋਰ ਦੇ ਨਾਲ ਕਹਿੰਦੇ ਆ ਵੀ ਇਹ ਤਾਂ ਸਾਰਾ ਕੁਝ ਹੁੰਦਾ, ਇਵੇਂ ਹੀ ਉਹ ਹਰਭਜਨ ਸਿੰਘ ਦੀ ਰੂਹ ਬਾਰੇ ਵੀ ਕਹਿੰਦੇ ਸੀ ਇਹ ਤਾਂ ਸਾਰਾ ਕੁਝ ਇਵੇਂ ਹੀ ਹੁੰਦਾ। ਹੁਣ ਆਪਾਂ ਉਹਦੀ ਗੱਲ ਕਰਦੇ ਹਾਂ ਡਿਟੇਲ ਨਾਲ। ਹਰਭਜਨ ਸਿੰਘ ਪਿੰਡ ਕੂਕਾ ਨੇੜੇ, ਕਪੂਰਥਲਾ ਪਿੰਡ ਆ ਉਹਦਾ, ਕਪੂਰਥਲਾ ਦੇ ਨੇੜੇ 9/2/1966 ਨੂੰ ਪੰਜਾਬ ਰੈਜੀਮੈਂਟ ਦੇ ਵਿੱਚ ਭਰਤੀ ਹੋਇਆ ਸੀ। 4/10/1968 ਨੂੰ ਖੱਚਰਾਂ 'ਤੇ ਸਮਾਨ ਲਿਜਾ ਰਹੀ ਸੀ ਉਹਨਾਂ ਦੀ ਟੋਲੀ। ਜਦੋਂ ਖੱਚਰਾਂ 'ਤੇ, ਕਿਉਂਕਿ ਜਦੋਂ ਪਹਾੜੀਆਂ 'ਤੇ ਸਮਾਨ ਪਹੁੰਚਾਉਣਾ ਪੈਂਦਾ, ਉੱਥੇ ਗੱਡੀਆਂ ਨਹੀਂ ਜਾਂਦੀਆਂ, ਹੋਰ ਨਹੀਂ ਕੁਛ ਜਾਂਦਾ, ਅਤੇ ਖੱਚਰਾਂ ਰਾਹੀਂ ਹੀ ਸਮਾਨ ਪਹੁੰਚਾਉਣਾ ਪੈਂਦਾ। ਉਹ ਖੱਚਰਾਂ ਦੇ ਉੱਤੇ ਇੱਕ ਬਰਫੀਲਾ ਤੂਫਾਨ ਆ ਗਿਆ, ਬਰਫ਼ ਡਿੱਗ ਪਈ। ਬਰਫ਼ ਡਿੱਗਣ ਦੇ ਨਾਲ ਉਹਦੇ 'ਚ ਇਕੱਲੇ ਹਰਭਜਨ ਸਿੰਘ ਦੀ ਮੌਤ ਨਹੀਂ ਹੋਈ, ਖੱਚਰਾਂ ਦੀ ਵੀ ਹੋਈ ਹੈ, ਉਹਦੇ ਨਾਲ ਦੇ ਜਿਹੜੇ ਸਾਥੀ ਉਹਦੇ ਨਾਲ ਗਏ ਸੀ ਉਹਨਾਂ ਦੀ ਵੀ ਹੋਈ ਹੈ। ਨਾ ਤਾਂ ਖੱਚਰਾਂ ਦੀ ਰੂਹ ਕਿਤੇ ਆਈ ਅਤੇ ਨਾ ਹੀ ਨਾਲ ਦੇ ਫੌਜੀਆਂ ਦੀ ਆਈ, ਇਕੱਲੇ ਹਰਭਜਨ ਸਿੰਘ ਦੀ ਰੂਹ ਉਹਨਾਂ ਤੋਂ ਬਾਗੀ ਹੋ ਕੇ ਬਾਹਰ ਨਿਕਲ ਆਈ। ਇੱਕ ਤਾਂ ਇਹ ਆ ਮਸਲਾ। ਉਸ ਦੀ ਉਦੋਂ ਮੰਗਣੀ ਹੋ ਚੁੱਕੀ ਸੀ, ਉਹਦੀ ਜਿਹੜੀ ਮੰਗੇਤਰ ਸੀ ਬੀਬੀ ਸੱਤਿਆ ਕੌਰ, ਉਹ ਫਿਰ ਉਹਦੇ ਭਰਾ ਰਤਨ ਸਿੰਘ ਨੂੰ ਵਿਆਹੀ ਗਈ। ਉਹਦਾ ਭਰਾ ਸੀ ਰਤਨ ਸਿੰਘ, ਉਹਨੂੰ ਫਿਰ ਵਿਆਹੀ ਸੀ ਉਹ। ਉਹਦੀ ਮਾਤਾ ਅਤੇ ਉਹਦੇ ਭਰਾ ਨੇ, ਜਿਵੇਂ ਕੁੜੀ ਦਾ ਪਿਓ ਪ੍ਰਚਾਰ ਕਰ ਰਿਹਾ ਜਾਂ ਇਹਨਾਂ ਦਾ ਹੋਰ ਕੋਈ ਰਿਸ਼ਤੇਦਾਰ ਮਿੱਤਰ ਪ੍ਰਚਾਰ ਕਰ ਰਹੇ ਆ ਜਿਹੜੇ ਆਤਮਾ ਨੂੰ ਮੰਨਦੇ ਆ, ਜਾਂ ਉਹ ਚੈਨਲਾਂ ਵਾਲੇ ਪ੍ਰਚਾਰ ਕਰ ਰਹੇ ਆ, ਇਸੇ ਤਰ੍ਹਾਂ ਮਾਤਾ, ਭਰਾ ਅਤੇ ਭਰਜਾਈ ਨੇ ਬਹੁਤ ਵੱਡੀ ਪੱਧਰ 'ਤੇ ਹਰਭਜਨ ਸਿੰਘ ਦੀ ਰੂਹ ਦਾ ਪ੍ਰਚਾਰ ਕੀਤਾ ਸੀ। ਅਤੇ ਇਸੇ ਤਰ੍ਹਾਂ ਚੈਨਲਾਂ ਨੇ ਚਟਕਾਰੇ ਲੈ ਲੈ ਕੇ ਇਹ ਕਹਾਣੀ ਲੋਕਾਂ ਨੂੰ ਸੁਣਾਈ ਸੀ। ਪ੍ਰਚਾਰ ਦਾ ਅਸਰ ਹੋ ਗਿਆ। ਸਾਡਾ ਵਹਿਮੀ ਸਮਾਜ ਸੀ ਜਿਹੜਾ, ਇਹਦਾ ਫੌਜ ਨੇ ਵੀ ਲਾਭ ਲੈਂਦੇ, ਕਿਉਂਕਿ ਫੌਜ ਨੂੰ ਇਹੋ ਜਿਹੀਆਂ ਸਟੋਰੀਆਂ ਚਾਹੀਦੀਆਂ। ਉਹਨਾਂ ਨੇ ਮਤਲਬ ਕਿਸੇ ਆਦਮੀ ਨੂੰ ਬਿਨਾਂ ਕਿਸੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਫੌਜੀ ਦੀ, ਨਾ ਤਾਂ ਪਾਕਿਸਤਾਨ ਨਾਲ ਦੁਸ਼ਮਣੀ ਹੈ, ਨਾ ਚੀਨ ਨਾਲ ਦੁਸ਼ਮਣੀ ਹੈ, ਨਾ ਕਿਸੇ ਹੋਰ ਨਾਲ ਦੁਸ਼ਮਣੀ ਹੈ। ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ 'ਤੇ ਰਾਜੇ ਰਾਜ ਕਰ, ਜਿਵੇਂ ਹੁਣ ਯੂਕਰੇਨ ਦਾ ਅਤੇ ਰੂਸ ਦੀ ਜੰਗ ਚੱਲਦੀ ਹੈ। ਯੂਕਰੇਨ ਅਤੇ ਰੂਸ ਦੇ ਵਿੱਚ ਮਰਦਾ ਕੌਣ ਆ? ਫੌਜੀ। ਫੌਜੀ ਕਿਹਦੇ ਬੱਚੇ ਆ? ਸਾਡੇ। ਅਤੇ ਦੁੱਖ ਕਿਹਨੂੰ ਆ, ਤਕਲੀਫ ਕਿਹਨੂੰ ਆ ਸਾਰਿਆਂ ਨਾਲੋਂ ਜੰਗ ਦੀ ਵੱਧ? ਉਹਨਾਂ ਦੇ ਮਾਂ ਪਿਓ ਨੂੰ, ਉਹਨਾਂ ਦੇ ਭੈਣਾਂ ਭਰਾਵਾਂ ਨੂੰ, ਉੱਥੋਂ ਦੇ ਵਾਸੀਆਂ ਨੂੰ। ਪਰ ਜਿਨ੍ਹਾਂ ਨੇ ਲੜਾਈ ਉਹ ਲੜ ਰਹੇ ਆ, ਜਿਹੜੇ ਸਾਨੂੰ ਕੁੱਕੜਾਂ ਵਾਂਗ ਲੜਾਉਂਦੇ ਆ, ਜਿਹੜੇ ਪਾਸੇ ਬੈਠੇ ਆ, ਉਹ ਤਾਂ ਪੁਤਨ ਆ ਅਤੇ ਜ਼ੈਲੈਂਸਕੀ ਆ, ਉਹ ਤਾਂ ਪਾਸੇ ਬੈਠੇ ਤਮਾਸ਼ਾ ਵੇਖਦੇ ਆ। ਉਹਨਾਂ 'ਚੋਂ ਕੋਈ ਨਹੀਂ ਮਰਨਾ। ਨਾ ਉਹਨਾਂ ਨੇ ਫਿਰ ਰੂਹਾਂ ਦਾ ਪ੍ਰਚਾਰ ਕਰਕੇ, ਹੋਰ ਸਾਰੇ ਕਾਸੇ ਦਾ ਪ੍ਰਚਾਰ ਕਰਕੇ ਫਿਰ ਸਾਨੂੰ ਲੜਾਉਣਾ ਤਾਂ ਹੈ ਕਿ ਨਹੀਂ? ਸਾਡੇ 'ਤੇ ਪ੍ਰਚਾਰ ਕਰਕੇ, ਸਾਨੂੰ ਵਹਿਮੀ ਬਣਾ ਕੇ, ਸਾਡੇ ਦਿਮਾਗ 'ਤੇ ਟੋਕਰਾ ਮੂਧਾ ਮਾਰ ਕੇ ਫਿਰ ਸਾਨੂੰ ਪਾਕਿਸਤਾਨ ਦਾ ਅਤੇ ਦੂਜਿਆਂ ਦਾ ਦੁਸ਼ਮਣ ਤਾਂ ਸਾਬਤ ਕਰਨਾ ਕਿ ਨਹੀਂ ਕਰਨਾ? ਇਹਦੇ ਪਿੱਛੇ ਭਾਵਨਾ ਪਈ ਹੈ ਇਹ। ਫਿਰ ਫੌਜ ਨੇ ਇਹਨੂੰ ਆਨਰੇਰੀ ਕੈਪਟਨ ਤੱਕ ਦਾ ਤਰੱਕੀ ਵੀ ਦਿੱਤੀ, ਕਿਉਂਕਿ ਜਦੋਂ ਉਹਦੀ ਰੂਹ ਨੂੰ ਮੰਨਦੇ ਆ, ਉਹਨੂੰ ਜਿਉਂਦਾ ਮੰਨਦੇ ਆ, ਅਤੇ ਉਹਨੂੰ ਫਿਰ ਤਰੱਕੀ ਤਾਂ ਦੇਣੀ ਪੈਣੀ ਸੀ। ਉਹਨੂੰ ਤਰੱਕੀ ਦਿੱਤੀ। ਉਹਨੂੰ ਫਿਰ 2 ਮਹੀਨੇ ਦੀ ਛੁੱਟੀ ਦੇਣ ਲੱਗੇ, ਕਿਉਂਕਿ ਜਦੋਂ ਫੌਜ 'ਚ ਉਹ ਹੈਗਾ, ਉਹਨੂੰ ਮੰਨ ਲਿਆ ਵੀ ਉਹ ਤਾਂ ਫੌਜ 'ਚ ਆ, ਉਹਦੀ ਹਾਜ਼ਰੀ ਲੱਗਦੀ ਆ, ਉਹਨੂੰ ਹਰ ਵੇਲੇ ਜਦੋਂ ਪੀਟੀ ਹੁੰਦੀ ਆ ਉੱਥੇ ਵੀ ਉਹਦੀ ਸੀਟ ਰਿਜ਼ਰਵ ਰੱਖੀ ਜਾਂਦੀ ਆ। ਜਦੋਂ ਉਹਨੂੰ ਛੱਡ ਕੇ ਜਾਂਦੇ ਉਦੋਂ ਵੀ ਛੱਡ ਕੇ ਜਾਂਦੇ, ਜੀਪਾਂ 'ਤੇ ਛੁੱਟੀ ਤੋਂ ਬਾਅਦ ਲੈ ਕੇ ਵੀ ਜਾਂਦੇ ਆ ਫੌਜੀ ਆ ਕੇ।
ਤਾਂ ਉਹਨੂੰ 2 ਮਹੀਨਿਆਂ ਦੀ ਛੁੱਟੀ ਦੇ ਦੌਰਾਨ ਸਾਰੀਆਂ ਸਹੂਲਤਾਂ, ਕਮਰਾ, ਵਰਦੀ, ਚੱਪਲਾਂ, ਹੋਰ ਲੱਲ ਪੱਲ ਸਾਰਾ ਮਿਲਦਾ ਸੀ। ਪ੍ਰਚਾਰਿਆ ਕੀ ਜਾਂਦਾ ਸੀ ਬਈ ਚੱਪਲਾਂ ਵੀ ਉਹ ਵਰਤਦਾ, ਵਿੰਗੀਆਂ ਟੇਢੀਆਂ ਹੋਈਆਂ ਪਈਆਂ ਹੁੰਦੀਆਂ, ਵਰਦੀ ਵੀ ਧੋਣੀ ਪੈਂਦੀ ਆ, ਵਰਦੀ ਮੈਲੀ ਹੋ ਜਾਂਦੀ ਆ। ਜਦੋਂ ਉਹ ਆਉਂਦਾ, ਉਹ ਸੀਟ ਹੈ ਜਿਹੜੀ ਸੀਟ 'ਤੇ ਉਹ ਬੈਠ ਕੇ ਆਉਂਦਾ, ਉਹ ਸੀਟ ਜਦੋਂ ਉਤਰਦਾ ਉਦੋਂ ਉੱਚੀ ਹੋ ਜਾਂਦੀ ਹੈ, ਮਤਲਬ ਆਪਾਂ ਲਿਫਦੀ ਆ ਨਾ ਸੀਟ ਜਦੋਂ ਆਪਾਂ ਬੈਠਦੇ ਹਾਂ, ਅਤੇ ਜਦੋਂ ਜਾਂਦਾ ਉਦੋਂ ਲਿਫਦੀ ਆ ਬੈਠਦਾ ਜਦੋਂ। ਪਰ ਉਹਦੀ ਇੱਕ ਤਰਕਸ਼ੀਲ ਸਾਥੀਆਂ ਨੇ ਅਤੇ ਸੂਬੇਦਾਰ ਪਿਆਰਾ ਸਿੰਘ, ਇੱਕ ਜਾਗਦੀ ਜ਼ਮੀਰ ਵਾਲੇ ਅਫਸਰ ਨੇ ਉਹਦੀ ਪੜਤਾਲ ਕੀਤੀ ਸੀ ਤਰਕਸ਼ੀਲਾਂ ਦੇ ਨਾਲ ਰਲ ਕੇ। ਉਸ ਪੜਤਾਲ ਦੀ ਗੱਲ ਕਰਦੇ ਆ, ਕੌਣ ਕੌਣ ਗਏ ਸੀ, ਮੈਂ ਨਾਂ ਦੱਸ ਦਿਆਂ ਵੀ ਕਿਹੜੇ ਕਿਹੜੇ ਗਏ ਸੀ ਸਾਥੀ ਉਹਦੇ 'ਚ। 1999 'ਚ ਉਹਦੀ ਪੜਤਾਲ ਹੋਈ। ਉਹਦੇ 'ਚ ਮਾਸਟਰ ਬਲਵੀਰ ਪਰਵਾਨਾ, ਮਾਸਟਰ ਬਲਵੀਰ DM, ਮੁਖਵਿੰਦਰ ਚੋਲਾ, ਮਾਸਟਰ ਜਸਮੇਲ ਸਿੰਘ, ਤੇਜਪਾਲ ਸਿੰਘ, ਇਹਨਾਂ ਸਾਥੀਆਂ ਨੇ ਜਾ ਕੇ ਫਿਰ ਉਹਦੀ ਪੜਤਾਲ ਕੀਤੀ। ਪੜਤਾਲ ਕਿਹੜੇ ਦਿਨ ਕੀਤੀ? ਜਿੱਦਾਂ ਉਹਨੂੰ ਛੁੱਟੀ ਤੋਂ ਵਾਪਸ ਜਾਣਾ ਸੀ। ਜੀਪਾਂ ਆ ਗਈਆਂ 2 ਟਾਟਾ ਸੁਮੋ ਉਹਨੂੰ ਲੈਣ, ਉਹਦਾ ਸਾਰਾ ਸਮਾਨ ਜੀਪਾਂ 'ਚ ਧਰ ਲਿਆ। ਉਹ ਸਾਥੀ ਸਾਰੇ ਕੋਲੇ ਖੜੇ ਪੜਤਾਲ ਕਰ ਰਹੇ ਆ। ਜਦੋਂ ਉਹਦਾ ਪ੍ਰਚਾਰਿਆ ਕੀ ਜਾਂਦਾ ਸੀ ਵੀ ਸੀਟ ਲਿਫਦੀ ਆ ਅਤੇ ਬਾਰੀ ਆਪਦੇ ਆਪ ਬੰਦ ਹੁੰਦੀ ਆ, ਉਹ ਸਾਥੀ ਕੋਲੇ ਉਦੋਂ ਖੜ੍ਹ ਗਏ ਵੀ ਅਸੀਂ ਤਾਂ ਇਹ ਸਾਰਾ ਕੁਛ ਭਾਈ ਅੱਜ ਪੜਤਾਲਣ ਆਏ ਹਾਂ, ਅਸੀਂ ਤਾਂ ਵੇਖਣਾ। ਉਹਦੀ ਭਰਜਾਈ ਨੇ ਧੂਫ ਦਿੱਤੀ, ਧੂਫ ਦੇ ਕੇ ਡਰਾਈਵਰ ਦੇ ਨਾਲ ਦੀ ਸੀਟ 'ਤੇ ਚਿੱਟਾ ਕੱਪੜਾ ਵਿਛਾਇਆ, ਉਹਦਾ ਫੋਟੋ ਉੱਥੇ ਰੱਖਿਆ। ਜਦੋਂ ਰੱਖਿਆ ਕੋਈ ਸੀਟ ਨਹੀਂ ਨੀਵੀਂ ਹੋਈ, ਕੋਈ ਬਾਰੀ ਆਪਦੇ ਆਪ ਨਹੀਂ ਬੰਦ ਹੋਈ। ਪੜਤਾਲ ਤਾਂ ਉਸੇ ਦਿਨ ਹੀ ਹੋ ਗਈ ਵੀ ਸਾਰਾ ਕੁਛ ਝੂਠ ਮਾਰਦੇ ਆ, ਡਫੂੰਗ ਆ ਸਾਰਾ। ਉਸ ਤੋਂ ਬਾਅਦ ਕੀ ਹੋਇਆ ਫਿਰ? ਸੂਬੇਦਾਰ ਪਿਆਰਾ ਸਿੰਘ ਤੇ ਤਰਕਸ਼ੀਲ ਸੁਸਾਇਟੀ ਨਾਲ ਰਲ ਕੇ ਇੱਕ ਜਨਹਿਤ ਪਟੀਸ਼ਨ ਪਾਈ ਗਈ। ਜਨਹਿਤ ਪਟੀਸ਼ਨ ਕੀ ਸੀ? ਬਈ ਸਾਡੇ ਫੰਡਾਂ ਦੀ ਦੁਰਵਰਤੋਂ ਕਰਦਾ ਡਿਫੈਂਸ ਵਿਭਾਗ, ਫੌਜ ਦਾ ਡਿਫੈਂਸ ਵਿਭਾਗ ਨੂੰ ਉਹਦੇ 'ਚ ਪਾਰਟੀ ਬਣਾਇਆ ਗਿਆ। ਉਹਦੇ 'ਤੇ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਡਿਫੈਂਸ ਵਿਭਾਗ ਨੇ ਇਹ ਸਾਰਾ ਜਿੰਨਾ ਵੀ ਜਲਸਾ ਹੁੰਦਾ ਸੀ, ਜਿੰਨਾ ਵੀ ਡਰਾਮਾ ਹੁੰਦਾ ਸੀ, ਇਹ ਸਾਰਾ ਬੰਦ ਕੀਤਾ। ਹੁਣ ਇਹ ਬੰਦ ਆ। ਹੁਣ ਨਾ ਉਹ ਛੁੱਟੀ ਆਉਂਦਾ, ਉਹਦੇ ਕਮਰੇ 'ਚ ਪਤਾ ਨਹੀਂ ਉਹਨਾਂ ਦੇ ਘਰ ਦੇ ਵਹਿਮੀ ਹੋਏ ਤਾਂ ਸ਼ਾਇਦ ਉਹੋ ਜਿਹਾ ਅਜੇ ਵੀ ਮੰਨੀ ਜਾਂਦੇ ਹੋਣਗੇ, ਕਿਉਂਕਿ ਇਹਦੇ ਪਿੱਛੇ ਕੁਛ ਹੋਰ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੁੰਦੀਆਂ ਅਤੇ ਉੱਥੇ ਉਹਦੀ ਜਗ੍ਹਾ ਵੀ ਬਣੀ ਵੀ ਆ ਕਈ ਕੁਛ। ਕਿਉਂਕਿ ਜਦੋਂ ਸਾਡੇ ਕੋਲੋਂ ਸਾਨੂੰ ਲੜਾਉਣਾ ਨਾ ਕਿਸੇ ਦੇ ਨਾਲ, ਸ਼ਰਾਬ 'ਤੇ ਕੀ ਲਿਖਿਆ ਹੁੰਦਾ? ਪੀਣੀ ਸਿਹਤ ਲਈ ਹਾਨੀਕਾਰਕ ਹੈ ਲਿਖਿਆ ਹੁੰਦਾ ਨਾ। ਅਤੇ ਫੌਜ ਨੂੰ ਸਾਰੀ ਨੂੰ ਸ਼ਰਾਬ ਦਿੰਦੀ ਆ ਸਰਕਾਰ। ਕਿਉਂ ਦਿੰਦੀ ਆ? ਕਿਉਂਕਿ ਫੌਜ ਨੂੰ ਲੜਾਉਣਾ ਦੂਜਿਆਂ ਨਾਲ, ਉਹਨਾਂ ਨੂੰ ਲੜਾਉਣਾ ਵੀ ਆਪਦੇ ਭਰਾਵਾਂ ਨਾਲ ਲੜਾਉਣਾ। ਲੜਾਉਣ ਪਿੱਛੇ ਤਾਂ ਬਹੁਤ ਵੱਡਾ ਇੱਕ ਤੰਤਰ ਪਿਆ। ਇਹੋ ਜਿਹੀਆਂ ਫਿਰ ਸਾਰੀਆਂ ਗੱਲਾਂ ਉਹਨਾਂ ਨੂੰ, ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਜਿਹੇ ਵਹਿਮਾਂ ਭਰਮਾਂ ਨੂੰ ਜਿਉਂਦਾ ਰੱਖਣ ਵਾਸਤੇ ਇਹੋ ਜਿਹੀਆਂ ਸਟੋਰੀਆਂ, ਇਹੋ ਜਿਹੀਆਂ ਕਹਾਣੀਆਂ ਘੜੀਆਂ ਜਾਂਦੀਆਂ। ਭਜਨ ਸਿੰਘ ਦੀ ਰੂਹ ਬਾਰੇ ਇਹ ਵੀ ਪ੍ਰਚਾਰ ਕੀਤਾ ਜਾਂਦਾ ਸੀ ਵੀ ਜੇ ਉਹਨੂੰ ਛੁੱਟੀ ਨਾ ਦਿੱਤੀ ਜਾਵੇ ਜਾਂ ਕੋਈ ਅਵੱਗਿਆ ਕੀਤੀ ਜਾਵੇ ਤਾਂ ਉਹ ਰਾਤ ਨੂੰ ਸੌਣ ਨਹੀਂ ਦਿੰਦਾ, ਉਹਨਾਂ ਦੇ ਘਰਦਿਆਂ ਨੂੰ ਵੀ ਦੁਖੀ ਕਰਦਾ। ਚੀਨ ਦੀ ਸਰਹੱਦ 'ਤੇ ਉਹ ਗਸ਼ਤ ਕਰਦਾ, ਚੀਨੀ ਫੌਜੀਆਂ ਨੂੰ ਦੱਸਦਾ, ਭਾਰਤੀ ਫੌਜੀਆਂ ਨੂੰ ਜਿਹੜੇ ਅਫਸਰ ਉਹਦੀ ਛੁੱਟੀ 'ਚ ਕੋਈ ਆਨਾਕਾਨੀ ਕਰਦੇ ਜਾਂ ਮਾੜਾ ਮੋਟਾ ਕੋਈ ਉਹੋ ਜਿਹਾ ਹੁੰਦਾ ਅਫਸਰ ਤਾਂ ਉਹਨੂੰ ਵੀ ਤੰਗ ਕਰਦਾ। ਕੋਈ ਤਰਕਸ਼ੀਲ ਨਜ਼ਰੀਏ ਦਾ ਅਫਸਰ ਕਹਿ ਦੇਵੇ ਵੀ ਮੈਂ ਨਹੀਂ ਛੁੱਟੀ ਦੇਣੀ, ਉਹਨੂੰ ਵੀ ਤੰਗ ਕਰਦਾ। ਕਹਿੰਦੇ ਇਹਦੇ ਬਾਰੇ ਪ੍ਰਚਾਰਿਆ ਜਾਂਦਾ ਸੀ ਬਹੁਤ ਵੱਡੀ ਪੱਧਰ 'ਤੇ। ਪਰ ਜਦੋਂ ਤਰਕਸ਼ੀਲਾਂ ਨੇ ਇਹਦੀ ਪ੍ਰਚਾਰ ਕੀਤਾ, ਇਹਦੀ ਮਤਲਬ ਸਾਰੀ ਪੁਣਛਾਣ ਕਰ ਲਈ, ਪਿਆਰਾ ਸਿੰਘ ਨੇ ਇਹਦੇ 'ਤੇ ਮੁਕੱਦਮਾ ਦਰਜ ਕਰਤਾ। ਡਿਫੈਂਸ ਵਾਲਿਆਂ ਨੂੰ ਹਟਾਉਣਾ ਪਿਆ, ਜੱਜ ਨੂੰ ਵੀ ਮੰਨਣਾ ਪਿਆ। ਨਾ ਤਾਂ ਉਹ ਜੱਜ ਦੀ ਹਿੱਕ 'ਤੇ ਬੈਠਾ ਜਾ ਕੇ, ਨਾ ਉਹ ਪਿਆਰਾ ਸਿਉਂ ਸੂਬੇਦਾਰ ਪਿਆਰਾ ਸਿਉਂ ਦੀ ਹਿੱਕ 'ਤੇ ਬੈਠਾ ਜਾ ਕੇ, ਨਾ ਉਹ ਕਿਸੇ ਤਰਕਸ਼ੀਲ ਦੀ ਹਿੱਕ 'ਤੇ ਬੈਠਾ ਜਾ ਕੇ ਵੀ ਮੇਰਾ ਤੁਸੀਂ ਧੰਦਾ ਬੰਦ ਕਰਤਾ। ਅਤੇ ਜੇ ਉਹ ਜਿਉਂਦਾ ਹੋਵੇ ਤਾਂ ਮੇਰੀ ਹਿੱਕ 'ਤੇ ਵੀ ਹੁਣ ਬਹਿ ਸਕਦਾ, ਆਖ ਵੀ ਤੂੰ ਕੌਣ ਆ ਭਾਈ ਓਏ, ਐਂ ਕਹਿਣ ਵਾਲਾ ਮੈਂ ਤਾਂ ਹੈ ਨਹੀਂ। ਇਹ ਸਾਰਾ ਪ੍ਰਚਾਰ ਆ ਜਿਹੜਾ ਅਸਲ 'ਚ ਅਫਵਾਹਾਂ ਅਤੇ ਅਸਲੀਅਤ ਵਿਗਿਆਨਕ ਵਿਚਾਰਧਾਰਾ ਦੇ ਵਿੱਚ ਅੜਿੱਕਾ ਨਹੀਂ ਹੁਣ ਬਣ ਸਕਦੀਆਂ, ਕਿਉਂਕਿ ਵਿਗਿਆਨ ਨੇ ਐਡੀ ਤਰੱਕੀ ਕਰ ਲਈ ਆ। ਸੂਰ ਦਾ ਦਿਲ ਲਾ ਕੇ, ਦਿਲ ਦੂਜੇ ਬੰਦੇ ਦਾ ਪਾ ਕੇ ਕਿਸੇ ਦੀ ਮੌਤ ਹੋ ਜੇ,
ਉਹਦੀ ਦਿਮਾਗੀ ਮੌਤ ਹੋ ਜਾਓ। ਦਿਮਾਗੀ ਮੌਤ ਜਦੋਂ ਹੁੰਦੀ ਆ ਤਾਂ ਆਤਮਾ ਕੰਮ ਕਰਨੋਂ ਹਟ ਜਾਂਦੀ ਆ। ਨਾ ਲੈਟਰੀਨ ਦਾ ਪਤਾ ਲੱਗਦਾ, ਨਾ ਪਿਸ਼ਾਬ ਦਾ ਲੱਗਦਾ, ਨਾ ਕਾਸੇ ਦਾ ਲੱਗਦਾ, ਕਿਸੇ ਚੀਜ਼ ਦਾ ਵੀ ਪਤਾ ਲੱਗਣੋਂ ਹਟ ਜਾਂਦਾ। ਜੇ ਅੱਖਾਂ ਤੋਂ ਦਿਸਣੋਂ ਹਟ ਜੇ, ਫਰਜ਼ ਕੀਤਾ ਤੇਜ਼ਾਬ ਪਾਤਾ ਕਿਸੇ ਨੇ ਅੱਖੀਆਂ 'ਚ, ਤੇ ਤੇਜ਼ਾਬ ਦੇ ਨਾਲ ਆਤਮਾ ਜਿਉਂਦੀ ਰਹਿੰਦੀ, ਪਰ ਆਤਮਾ ਨੂੰ ਦਿਸਣੋਂ ਹਟ ਜਾਂਦਾ। ਜਦੋਂ ਅਗਲੇ ਜਨਮ 'ਚ ਪੈਦਾ ਹੁੰਦੀ ਹੈ, ਕਹਿੰਦੇ ਅੰਨੀ ਪੈਦਾ ਹੁੰਦੀ ਹੈ। ਇਹ ਵੀ ਇਹ ਭਾਵਨਾ ਕਿਉਂ? ਕਿਉਂਕਿ ਜਦੋਂ ਅੰਗਦਾਨ ਦਾ ਉਹ ਆਇਆ ਨਾ ਸਾਰਾ, ਵੀ ਅੰਗਦਾਨ ਕਰਨੇ ਆ ਜੀ, ਆਪਾਂ ਇੱਕ ਗੱਲ ਕਰਾਂਗੇ ਇੱਕ ਦਿਨ ਅੰਗਦਾਨ ਬਾਰੇ ਵੀ। ਅੰਗਦਾਨ 'ਚ ਸਭ ਤੋਂ ਵੱਡਾ ਅੜਿੱਕਾ ਹੀ ਇਹ ਸੀ ਵੀ ਜੇਕਰ ਤੁਸੀਂ ਇੱਥੇ ਅੱਖਾਂ ਦਾਨ ਕਰਦੇ ਆ, ਕਿਉਂਕਿ ਹੁਣ ਤਰਕਸ਼ੀਲ ਸੁਸਾਇਟੀ ਵਾਲੇ ਤਾਂ ਬਹੁਤੇ ਸਰੀਰ ਦਾਨ ਕਰਦੇ ਆ। ਮੈਂ ਆਪਦੇ ਡੈਡੀ ਦਾ ਵੀ ਸਰੀਰ ਦਾਨ 'ਚ ਦਿੱਤਾ, ਮੈਂ ਆਪਦੇ ਭਰਾ ਦਾ ਵੀ ਦਾਨ 'ਚ ਦਿੱਤਾ। ਕੀ ਉਹਨਾਂ ਦੀਆਂ ਆਤਮਾਵਾਂ ਕਦੇ ਆ ਸਕਦੀਆਂ? ਉਹਨਾਂ ਦੀਆਂ ਅੱਖਾਂ ਕਿਸੇ ਦੇ ਪੈ ਗਈਆਂ, ਉਹਨਾਂ ਦਾ ਜਿੰਨੇ ਵੀ ਅੰਗ ਵਰਤੇ ਜਾ ਸਕਦੇ ਸੀ ਉਹ ਅੰਗ ਵਰਤ ਲਏ। ਕੀ ਉਹ ਹੁਣ ਅਗਲੇ ਜਨਮ 'ਚ ਜੇ ਉਹ ਰੂਹ ਜੰਮੂਗੀ ਜਾ ਕੇ ਤਾਂ ਇਹਦਾ ਮਤਲਬ ਤਾਂ ਫਿਰ ਬਨਾਖੀ ਜੰਮੂਗੀ, ਕਿਉਂਕਿ ਅੱਖਾਂ ਤਾਂ ਮੈਂ ਉਹਦੀਆਂ ਇੱਥੇ ਪਾਤੀਆਂ। ਅਤੇ ਕੁੜੀ ਕਹੀ ਜਾਂਦੀ ਮੇਰੇ ਗਲਾਸ ਵੱਜੇ ਦਾ ਨਿਸ਼ਾਨ ਵੀ ਹੈ। ਇਹ ਸਾਰਾ ਕੁਝ ਸਾਨੂੰ ਵਿਗਿਆਨਕ ਤੱਕੜੀ 'ਚ ਪਾ ਕੇ ਤੋਲਣਾ ਪੈਣਾ ਸਾਥੀਓ। ਇਸ ਵਹਿਮ ਭਰਮ ਦੇ ਪਿੱਛੇ ਬਹੁਤ ਵੱਡਾ ਇੱਕ ਤੰਤਰ ਬੈਠਾ। ਉਸ ਤੰਤਰ ਨੇ ਇਹਦੇ 'ਚੋਂ ਤੁਹਾਨੂੰ ਗੁਲਾਮ ਬਣਾ ਕੇ ਹੁਣ ਤੱਕ ਰੱਖਿਆ, ਉਹ ਵਹਿਮ ਭਰਮਾਂ 'ਚ ਪਾ ਕੇ ਰੱਖਿਆ। ਤੁਹਾਡੀ ਮਾਨਸਿਕ ਲੁੱਟ ਕਰਦੇ ਰਹੇ ਆ, ਤੁਹਾਡੀ ਆਰਥਿਕ ਲੁੱਟ ਕਰਦੇ ਰਹੇ ਆ, ਤੁਹਾਨੂੰ ਆਪਦੇ ਪੈਰਿਆਂ 'ਤੇ ਕਢਾਇਆ ਹੋਇਆ। ਤੁਸੀਂ ਹੀ ਉਹਨਾਂ ਦੀ ਸੁਰੱਖਿਆ ਕਰਦੇ ਹੋ, ਤੁਸੀਂ ਹੀ ਉਹਨਾਂ ਨੂੰ ਸਾਰਾ ਕੁਝ ਚੁਣਦੇ ਹੋ, ਪਰ ਫੈਸਲੇ ਹੁੰਦੇ ਆ ਕਾਰਪੋਰੇਟ ਅਦਾਰਿਆਂ ਦੇ ਪੱਖ 'ਚ। ਤੁਸੀਂ ਵੇਖੋ ਵੀ ਫਿਰ ਵੋਟਾਂ ਕਿਹਦੀਆਂ ਜ਼ਿਆਦੇ ਆ? ਵੋਟਾਂ ਤਾਂ ਜ਼ਿਆਦਾ ਗਰੀਬ ਜਨਤਾ ਦੀਆਂ। ਫੈਸਲੇ ਕਿਹਦੇ ਪੱਖ 'ਚ ਹੁੰਦੇ ਆ? ਕਾਰਪੋਰੇਟ ਅਦਾਰਿਆਂ ਦੇ, ਕਿਉਂਕਿ ਸਰਮਾਏ ਦੇ ਨਾਲ ਉਹਨਾਂ ਦੇ ਨਾਲ ਚੋਣਾਂ ਲੜਦੇ ਆ। ਤੁਹਾਨੂੰ ਨਹੀਂ ਕੁਛ ਸਮਝਦੇ ਹੋ। ਜਿੰਨਾ ਚਿਰ ਤੁਹਾਨੂੰ ਇਸ ਵਹਿਮਾਂ ਭਰਮਾਂ 'ਚ ਉਲਝਿਆ ਹੋਇਆਂ ਨੂੰ ਅਕਲ ਨਹੀਂ ਆਉਂਦੀ, ਜਿੰਨਾ ਚਿਰ ਤੁਸੀਂ ਆਤਮਾ ਵਰਗੇ ਇਹੋ ਜਿਹੇ ਪਖੰਡਾਂ ਦੇ ਮਗਰ ਲੱਗ ਕੇ ਆਪਦੀ ਆਤਮਾ ਦਾ ਜਲੂਸ ਕਢਾਉਂਦੇ ਹੋ, ਤੁਸੀਂ ਆਜ਼ਾਦ ਨਹੀਂ ਹੋ ਸਕਦੇ। ਆਜ਼ਾਦ ਹੋਣਾ ਪੈਣਾ। ਆਜ਼ਾਦ ਹੋਣ ਵਾਸਤੇ ਤੁਹਾਨੂੰ ਵਿਗਿਆਨ ਦਾ ਲੜ ਫੜਨਾ ਪੈਣਾ। ਤੁਹਾਨੂੰ ਆਪਦੀ ਵਿਚਾਰਧਾਰਾ ਵਿਗਿਆਨਕ ਬਣਾਉਣੀ ਪੈਣੀ ਹੈ। ਇਹ ਯਾਦ ਰੱਖਿਓ। ਇਹ ਹੁਣ ਸਾਥੀਓ ਸਾਰਾ ਡਰਾਮਾ ਹੈ ਬੰਦ। ਹੁਣ ਇਹਦੇ ਆਪਾਂ ਅਗਲੀ ਵੀਡੀਓ ਇੱਕ ਹੋਰ ਬਣਾਉਣੀ ਹੈ। ਉਸ ਵੀਡੀਓ 'ਚ ਮੈਂ ਸਾਰਾ ਵਿਖਿਆਨ ਅਸਲ 'ਚ ਕਰੂੰਗਾ, ਕਿਵੇਂ ਅਗਲੀਆਂ ਘਟਨਾਵਾਂ ਜਿਹੜੀਆਂ ਸਾਰੀਆਂ ਵਾਪਰਦੀਆਂ ਉਹ ਕਿਵੇਂ ਵਾਪਰਦੀਆਂ, ਕੀ ਕੁਛ ਇਹਦੇ 'ਚ ਹੁੰਦਾ। ਇਹ ਆਪਾਂ ਇੱਕ ਵੀਡੀਓ ਹੋਰ ਬਣੂਗੀ, ਕਿਉਂਕਿ ਲੰਮੀ ਹੋ ਜਾਣੀ ਵੀਡੀਓ। ਮੈਂ ਅੱਜ ਮਾਫੀ ਚਾਹੁੰਦਾ ਤੁਹਾਡੇ ਕੋਲੋਂ। ਇੱਕ ਆਪਾਂ ਆਉਂਦੇ ਦਿਨਾਂ 'ਚ ਫੇਰ ਬਣਾਵਾਂਗੇ। ਇੰਤਜ਼ਾਰ ਰੱਖਿਓ। ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ। ਮਿਹਰਬਾਨੀ। ਬਹੁਤ ਧੰਨਵਾਦ ਸਾਰੇ ਸਾਥੀਆਂ ਦਾ।